सो हुण तक आपां स्पीड ते वेलोसिटी दे बारे जानकारी लई। ਆਪਾਂ ਦੇਖਦੇ ਹਾਂ ਕਿ ਤੁਹਾਨੂੰ ਕੁਐਸਚਨ ਕੀ ਪੁੱਛਿਆ ਜਾ ਸਕਦਾ, ਡਿਸਟੈਂਸ ਅਤੇ ਡਿਸਪਲੇਸਮੈਂਟ ਦੇ ਵਿੱਚ ਡਿਫਰੈਂਸ ਪੁੱਛਿਆ ਜਾ ਸਕਦਾ। ਸੋ ਜਦੋਂ ਇਹੋ ਜਿਹੀ ਕੋਈ ਗੱਲ ਆਵੇ ਤਾਂ ਤੁਸੀਂ ਡਿਸਟੈਂਸ ਅਤੇ ਡਿਸਪਲੇਸਮੈਂਟ ਇੱਦਾਂ ਬਾਕਸ ਬਣਾ ਕੇ ਤੁਸੀਂ ਉਹਦਾ ਆਨਸਰ ਦੇ ਸਕਦੇ ਹਾਂ ਕਿ ਡਿਸਟੈਂਸ ਜਿਹੜਾ ਹੈਗਾ ਅਤੇ ਡਿਸਪਲੇਸਮੈਂਟ ਜੋ ਹੈ ਉਹਨਾਂ ਦੇ ਵਿੱਚ ਕੀ ਫ਼ਰਕ ਆ। ਸੋ ਆਪਾਂ ਦੱਸ ਸਕਦੇ ਹਾਂ ਕਿ ਡਿਸਟੈਂਸ ਜਿਹੜਾ ਹੈਗਾ ਉਹ ਰਸਤੇ ਦੀ ਕੁੱਲ ਲੰਬਾਈ ਆ। ਇਟ ਇਜ਼ ਦਾ ਟੋਟਲ ਲੈਂਥ ਆਫ ਦਾ ਪਾਥ ਫੋਲੋਡ ਬਾਏ ਦਾ ਬੋਡੀ। ਡਿਸਪਲੇਸਮੈਂਟ ਬਾਰੇ ਵੀ ਕੈਨ ਟੈਲ ਕਿ ਡਿਸਪਲੇਸਮੈਂਟ ਇਜ਼ ਦਾ ਸਟ੍ਰੇਟ ਲਾਈਨ ਲੈਂਥ ਬਿਟਵੀਨ ਇਨੀਸ਼ੀਅਲ ਪੋਜੀਸ਼ਨ ਜਾਂ ਇਨੀਸ਼ੀਅਲ ਪੁਆਇੰਟ ਐਂਡ ਫਾਈਨਲ ਪੁਆਇੰਟ। डिस्टेंस स्केलर क्वांटिटी होएगा, डिसप्लेसमेंट वैक्टर क्वांटिटी होएगा। डिस्टेंस जिहड़ा होएगा दैट कैन बी ग्रेटर दैन डिसप्लेसमेंट इन सम टाइम्स। तो डिसप्लेसमेंट जिहड़ा हैगा वो डिस्टेंस के बराबर हो सकदा जां उस तों घट हो सकदा ते नैगेटिव भी हो सकदा, जद कि डिस्टेंस जिहड़ा कदे भी नैगेटिव नहीं हो सकदा। जदों आपां इहदे ग्राफ बनाए सी उहदे च भी आपां गल कीती सी। इदां तुहानूं स्पीड ते वेलोसिटी दे डिफरेंस पुछया जा सकदा। सो स्पीड ते वेलोसिटी दस्सण लग्गिआं तुसीं इहदी डेफिनेशन दस सकदे हो। टाइम रेट ऑफ चेंज ऑफ डिस्टेंस, टाइम रेट ऑफ चेंज ऑफ डिसप्लेसमेंट। सो ਇਹਦਾ ਫਾਰਮੂਲਾ ਦੱਸ ਸਕਦੇ ਹਾਂ ਆਪਾਂ, ਸਪੀਡ ਇਜ਼ ਡਿਸਟੈਂਸ ਓਵਰ ਟਾਈਮ ਐਂਡ ਵੈਲੋਸਿਟੀ ਇਜ਼ ਡਿਸਪਲੇਸਮੈਂਟ ਓਵਰ ਟਾਈਮ। Speed is scalar quantity, this is vector quantity. Its speed can never be negative, but velocity can be negative. Speed is always greater than or equal to velocity, magnitude ਜਿਹੜਾ ਨੰਬਰਾਂ ਦੇ ਵਿੱਚ। इट इज़ ऑलवेज लैस दैन और इक्वल टू स्पीड, ये हमेशा स्पीड के बराबर मैगनीट्यूड च जां उस तों घट हो सकती है। असीं एग्जाम्पल्स लैके भी ये गल कर चुके हैं। सो इस तरह हुण असीं जिहड़ियां ये मेन गल्लां सीगियां डिस्टेंस, डिसप्लेसमेंट, स्पीड, वेलोसिटी दियां, इन्हां दे बारे मोटे तौर पर असीं ये जानकारी प्राप्त की। ये जिहड़ी जानकारी असीं प्राप्त की ये लोअर लैवल की जानकारी सीगी। ਇਹਨੂੰ थोड़ा ਹੁਣ ਅਸੀਂ ਵਧਾਵਾਂਗੇ, ਬਰੀਕੀ ਵਿੱਚ ਜਾਵਾਂਗੇ, ਦੇਖਾਂਗੇ ਕਿ ਜਿਹੜੀ ਸਪੀਡ ਆ ਜਾਂ ਵੈਲੋਸਿਟੀ ਆ ਇਹਦੇ ਬਾਰੇ ਅਲੱਗ-ਅਲੱਗ ਜਿਹੜੀਆਂ ਹੈਗੀਆਂ ਵਾ, ਜਿੱਦਾਂ ਯੂਨੀਫਾਰਮ ਵੈਲੋਸਿਟੀ ਆ ਜਾਂ ਇੰਸਟੈਂਟੇਨੀਅਸ ਵੈਲੋਸਿਟੀ ਦੀ ਗੱਲ ਆ। ਸੋ ਇਹੋ ਜਿਹੀਆਂ ਗੱਲਾਂ ਵੀ ਆਪਾਂ ਕਰਦੇ ਹਾਂ। ਹੁਣ ਅਸੀਂ ਪਹਿਲੋਂ ਸਿਰਫ ਇਹੀ ਗੱਲ ਕਰਦੇ ਰਹੇ ਕਿ ਅਸੀਂ ਇੱਕ ਇਨੀਸ਼ੀਅਲ ਪੁਆਇੰਟ ਏ 'ਤੇ ਸੀ, ਫਿਰ ਅਸੀਂ ਇੱਕ ਫਾਈਨਲ ਪੁਆਇੰਟ ਬੀ 'ਤੇ ਪਹੁੰਚ ਗਏ। ਅਸੀਂ ਕੋਈ ਆਪਾਂ ਕੋਈ ਸਟੇਟ ਲਾਈਨ ਮੋਸ਼ਨ 'ਚ ਗੱਲ ਕਰਦੇ, ਹੁਣ ਮੈਂ ਜ਼ਿਆਦਾ ਚੱਕਰ 'ਚ ਨਹੀਂ ਪੈਂਦਾ। ਸੋ ਵੀ ਡਾਇਰੈਕਟਲੀ ਟੇਕ ਦਾ ਸਟੇਟ ਲਾਈਨ ਵੀ ਆਪਾਂ ਸਿੱਧੇ ਏ ਤੋਂ ਬੀ ਤੱਕ ਆ ਗਏ। ਸੋ ਡਿਸਟੈਂਸ ਐਂਡ ਡਿਸਪਲੇਸਮੈਂਟ ਦੇ ਆਰ ਇਕੁਅਲ ਇਨ ਮੈਗਨੀਟਿਊਡ, ਕਿਉਂਕਿ ਅਸੀਂ ਏ ਤੋਂ ਬੀ ਤੱਕ ਪਹੁੰਚੇ ਸਿੱਧੇ। ਸੋ ਆਪਾਂ ਫਿਰ ਸਪੀਡ ਜਾਂ ਵੈਲੋਸਿਟੀ ਦਾ ਮੈਗਨੀਟਿਊਡ ਵੀ ਸਿੱਧਾ ਹੀ ਡਿਸਟੈਂਸ ਓਵਰ ਟਾਈਮ ਜਾਂ ਡਿਸਪਲੇਸਮੈਂਟ ਸੇਮ ਰਿਜ਼ਲਟ ਆਊਗਾ, ਨੋ ਪ੍ਰੋਬਲਮ ਹੈ ਇਸ ਜਗ੍ਹਾ 'ਤੇ। ਜਿੰਨੀ ਦੇਰ ਆਪਾਂ ਏ ਤੋਂ ਬੀ ਤੱਕ ਪਹੁੰਚੇ, ਹੋਰ ਕੁਛ ਨਹੀਂ ਕੀਤਾ, ਵਾਪਸ ਨਹੀਂ ਗਏ, ਸਿੱਧਾ ਹੀ ਏ ਤੋਂ ਬੀ ਤੱਕ ਫਾਰਵਰਡ ਇੱਕ ਪਾਸੇ ਨੂੰ ਹੀ ਅਸੀਂ ਵੱਧਦੇ ਪਏ ਹਾਂ। ਹੁਣ ਐਕਚੁਅਲ ਕੀ ਹੁੰਦਾ ਕਿ ਜਦੋਂ ਮੰਨ ਲਓ ਕਿ ਅਸੀਂ ਜਦੋਂ ਇਹ ਸਾਰੇ ਸੜਕ ਮੰਨ ਲਓ ਇਹਨੂੰ ਆਪਾਂ ਜੇ ਸੋਚੀਏ ਕਿ ਸਪੋਜ਼ ਦੇਅਰ ਇਜ਼ 60 ਕਿਲੋਮੀਟਰ ਲੰਬੀ ਇੱਕ ਸੜਕ ਆ ਜਿਹੜੀ ਕਿ ਬਿਲਕੁਲ ਸਿੱਧੀ ਆ ਏ ਤੋਂ ਲੈ ਕੇ ਬੀ ਤੱਕ। ਹੁਣ ਜਿਹੜੀ 60 ਕਿਲੋਮੀਟਰ ਦੀ ਮੰਨ ਲਓ ਤੁਸੀਂ ਟਰੈਵਲ ਕਰਦੇ ਹੋ, ਤੁਸੀਂ ਮੰਨ ਲਓ ਕਿ ਕਿਸੇ ਕਾਰ ਦੇ ਵਿੱਚ ਇਹ ਰਸਤੇ ਨੂੰ ਕਵਰ ਕੀਤਾ। ਸੋ ਯੂ ਆਰ ਇਨ ਏ ਕਾਰ ਹੇਅਰ ਐਂਡ ਯੂ ਹੈਵ ਟੂ ਗੋ ਟੂ 60 ਕਿਲੋਮੀਟਰ, ਦੈਨ ਯੂ ਆਰ ਮੂਵਿੰਗ। ਕੈਨ ਯੂ ਸੇ ਦੈਟ you are always the speedometer? So there is a speedometer where you have numbers, so say 60, say 80, etc., and say 100, etc. So there is a needle like this, so kilometers per hour. So car ਦੇ ਵਿੱਚ ਇਦਾਂ ਇੱਕ ਮੀਟਰ ਜਿਹਾ ਲੱਗਿਆ ਹੁੰਦਾ। ਸੋ ਉਹਦੇ ਵਿੱਚ ਨੰਬਰ ਜੇ ਲਿਖੇ ਹੁੰਦੇ ਤਾਂ ਸੂਈ ਕਿਹੜੇ ਨੰਬਰ ਦੇ ਉੱਪਰ ਆ। ਅੱਜ ਕੱਲ੍ਹ ਡਿਜੀਟਲ ਵੀ ਵੈਸੇ ਆ ਗਏ ਹੈਗੇ, ਉਹ ਸਿੱਧੇ ਨੰਬਰਾਂ ਦੇ ਵਿੱਚ ਹੀ ਆਨਸਰ ਆ ਰਿਹਾ ਹੁੰਦਾ ਉੱਥੇ। ਸੋ ਕਿਸੇ ਵੀ ਵਹੀਕਲ ਦੇ ਵਿੱਚ ਤੁਹਾਡੇ ਕੋਲ ਇਹੋ ਜਿਹਾ ਕੋਈ ਮੀਟਰ ਹੁੰਦਾ ਵਾ, ਆਹ ਸੂਈ ਤੋਂ ਤੁਹਾਨੂੰ ਇਹ ਪਤਾ ਲੱਗਦਾ ਕਿ ਤੁਸੀਂ ਇੰਨੀ ਤੇਜ਼ ਜਾ ਰਹੇ ਹੋ।
ਸੋ ਜਿੱਦਾਂ ਹੁਣ ਜਿਹੜੀ ਆ ਇੱਥੇ ਮਾਰਕ ਕਰਦੀ ਪਈ ਆ, ਸੋ ਹੋ ਸਕਦਾ ਹੈ 50 ਹੋਵੇ ਇੱਥੇ 50 ਅਸੀਂ। ਸੋ 50 ਕਿਲੋਮੀਟਰ ਪਰ ਆਵਰ, ਮਤਲਬ ਜੇ ਤੁਹਾਡੀ ਜਿਹੜੀ ਵਹੀਕਲ ਆ ਉਹਦੀ ਜਿਹੜੀ ਆਹ ਵਾਲੀ ਨੀਡਲ ਆ ਮੀਟਰ ਦੇ ਵਿੱਚ ਉਹ ਮੰਨ ਲਓ 50 ਨੂੰ ਪੁਆਇੰਟ ਕਰਦੀ ਪਈ ਆ, ਦੈਟ ਮੀਨਸ 50 ਕਿਲੋਮੀਟਰ ਪਰ ਆਵਰ ਦੀ ਰਫਤਾਰ ਆ ਤੁਹਾਡੀ, ਸਪੀਡ ਇੰਨੀ ਆ। ਮਤਲਬ ਜੇ ਤੁਸੀਂ ਇੰਨੀ ਤੇਜ਼ ਚੱਲਦੇ ਰਹੇ, ਇਸੇ ਸਪੀਡ 'ਤੇ ਚੱਲਦੇ ਰਹੇ, ਜੇ ਸੂਈ ਇੱਥੇ ਹੀ ਖੜੀ ਰਹੀ ਤਾਂ ਤੁਸੀਂ 1 ਘੰਟੇ ਦੇ ਵਿੱਚ 50 ਕਿਲੋਮੀਟਰ ਦੂਰ ਚਲੇ ਜਾਓਗੇ। ਜੇ ਤੁਸੀਂ ਇੱਦਾਂ ਹੀ ਆਪਣਾ ਜਿਹੜਾ ਐਕਸਲਰੇਟਰ ਹੈ ਕਾਰ ਦੇ ਵਿੱਚ, ਜੇ ਕਾਰ ਆ ਜਾਂ ਬਾਈਕ ਆ ਤਾਂ ਉਹਦੀ ਰੇਸ ਹੁੰਦੀ ਆ, ਹੱਥ ਦੇ ਨਾਲ ਤੁਸੀਂ ਉਹਨੂੰ ਘੁਮਾ ਕੇ ਤੇਜ਼ ਕਰ ਦਿਓ, ਅਤੇ ਕਾਰ ਦੇ ਵਿੱਚ ਜਿਹੜਾ ਹੈਗਾ ਵਾ ਉਹ ਤੁਸੀਂ ਪੈਰ ਨਾਲ ਦਬਾ ਕੇ ਉਹਦੀ ਰੇਸ ਵਧਾਉਂਦੇ ਹੋ, ਤੇਜ਼ ਕਰ ਦਿਓ। ਤੁਸੀਂ ਉਹਨੂੰ ਕੁਛ ਨਹੀਂ ਕਰ ਰਹੇ ਹੁਣ, ਤੁਹਾਡੀ ਜਿਹੜੀ ਉੱਥੇ ਸੂਈ ਆ ਉਹ 50 'ਤੇ ਆ ਗਈ ਹੋਈ ਆ, ਅਤੇ ਤੁਸੀਂ ਨਾ ਤਾਂ ਬ੍ਰੇਕ ਲਗਾ ਰਹੇ ਹੋ, ਨਾ ਤੁਸੀਂ ਉਹਨੂੰ ਐਕਸਲਰੇਟ ਕਰ ਰਹੇ ਹੋ, ਅਤੇ ਤੁਹਾਡੀ ਸੂਈ ਜਿਹੜੀ ਆ, ਤੁਸੀਂ ਇੱਕ ਕੈਮਰਾ ਵੀ ਲਾਇਆ ਹੋਇਆ ਜਿਹੜਾ ਤੁਹਾਡੀ ਆਹ ਵਾਲੀ ਮੂਵੀ ਬਣਾ ਰਹੇ ਹੋ ਆਪਣੇ ਮੀਟਰ ਦੀ, ਅਤੇ ਤੁਸੀਂ ਦੇਖਦੇ ਹੋ ਕਿ ਮੂਵੀ ਦੇ ਵਿੱਚ ਕਿ ਉਹ ਜਿਹੜੀ ਸੂਈ ਆ ਉਹ 50 ਦੇ ਉੱਤੇ ਹੀ ਰੁਕੀ ਹੋਈ ਆ, ਅਤੇ ਤੁਸੀਂ ਜਾ ਰਹੇ ਹੋ 10 ਮਿੰਟ 15 ਮਿੰਟ 20 ਮਿੰਟ ਹੋ ਗਏ, ਸੜਕ ਬਿਲਕੁਲ ਸਿੱਧੀ ਆ, ਖਾਲੀ ਆ, ਕੋਈ ਬ੍ਰੇਕ ਲਾਉਣ ਦੀ ਲੋੜ ਨਹੀਂ ਪਈ, ਕੋਈ ਰਸਤੇ 'ਚ ਕੋਈ ਬੰਦਾ ਨਹੀਂ ਆਇਆ, ਕੋਈ ਟ੍ਰੈਫਿਕ ਨਹੀਂ ਹੈਗਾ। ਸੋ ਤੁਸੀਂ ਇੰਨੀ ਸਪੀਡ 'ਤੇ ਜਾਈ ਜਾ ਰਹੇ। ਬਟ ਕੀ ਇਹ ਪ੍ਰੈਕਟੀਕਲ ਹੈਗਾ ਕਿ ਆਪਾਂ ਲਗਭਗ ਘੰਟਾ 2 ਘੰਟੇ ਇੰਨੀ ਸਪੀਡ 'ਤੇ ਜਾਈਏ? ਓਬਵੀਅਸਲੀ ਇਹ ਪੋਸੀਬਲ ਨਹੀਂ ਹੁੰਦਾ। ਹੁਣ ਤੁਸੀਂ ਦੇਖੋ, ਜਦੋਂ ਜੇ ਹੁਣ ਅਸੀਂ ਬਰੀਕੀ ਵਿੱਚ ਆ ਜਾਈਏ, ਇਕੱਲੇ ਟਾਈਮ 'ਤੇ ਇੱਕ ਸੈਕਿੰਡ ਪਲ ਦੀ ਖਬਰ ਰੱਖੀਏ, ਜਿਹਨੂੰ ਕਹਿੰਦੇ ਆ ਵੀ ਕਿੱਦਾਂ ਹੋਇਆ ਹੋਊਗਾ। ਅਸੀਂ ਵਹੀਕਲ ਚਲਾਇਆ ਹੋਊਗਾ, ਵਹੀਕਲ ਪਹਿਲਾਂ ਤਾਂ ਖੜ੍ਹਾ ਹੀ ਹੋਊਗਾ ਨਾ, ਘਰੇ ਖੜ੍ਹਾ ਹੋਊਗਾ, ਕਿਸੇ ਜਗ੍ਹਾ 'ਤੇ ਖੜ੍ਹਾ ਹੋਊਗਾ। ਸੋ ਇਟ ਵਾਜ਼ ਸਟੇਸ਼ਨਰੀ, ਦੈਨ ਦਿਸ ਵਾਜ਼ ਐਟ 0। ਸੋ ਇਹਦਾ ਮਤਲਬ ਉਹਦੀ ਸਪੀਡ 0 ਸੀ। ਇਹਦਾ ਜਦੋਂ ਟਾਈਮ ਵਾਜ਼ 0, ਇਹ ਗੱਲਾਂ ਸਮਝਣੀਆਂ ਪੈਣਗੀਆਂ, ਥੋੜ੍ਹੀਆਂ ਬੋਰਿੰਗ ਲੱਗ ਸਕਦੀਆਂ। ਸੋ ਜਦੋਂ ਟਾਈਮ 0 ਸੀ, ਉਦੋਂ ਜਿਹੜੀ ਇੱਥੇ ਮੀਟਰ ਦੀ ਰੀਡਿੰਗ ਸੀ, ਮੈਂ ਇੱਥੇ ਸਪੀਡ ਹੀ ਲਿਖ ਲੈਂਦਾ, ਉਹ ਵੀ 0 ਸੀ। ਸੋ ਪ੍ਰੈਕਟੀਕਲੀ ਸੋਚ ਕੇ ਦੇਖੋ, ਤੁਸੀਂ ਘਰੇ ਆਪਣੇ ਖੜ੍ਹੇ ਹੋ, ਬਾਈਕ ਤੁਹਾਡਾ ਖੜ੍ਹਾ, ਤੁਸੀਂ ਉਹਨੂੰ ਜਦੋਂ ਸਟਾਰਟ ਕੀਤਾ, ਸਟਾਰਟ ਕਰਨ ਤੋਂ ਬਾਅਦ ਉਹਨੂੰ ਤੁਸੀਂ ਰੇਸ ਦੇ ਕੇ ਚਲਾਉਣਾ ਸ਼ੁਰੂ ਕੀਤਾ, ਦੈਨ ਦਿਸ ਨੀਡਲ ਗੋਜ਼ ਟੂ ਦਿਸ ਪੁਆਇੰਟ, ਟੂ ਦਿਸ ਪੁਆਇੰਟ, ਟੂ ਦਿਸ ਪੁਆਇੰਟ, ਟੂ ਦਿਸ ਪੁਆਇੰਟ, ਦਿਸ ਪੁਆਇੰਟ, ਦਿਸ ਪੁਆਇੰਟ, ਐਂਡ ਇਟ ਵਿਲ ਟੇਕ ਸਮ ਟਾਈਮ। ਮੰਨ ਲਓ ਕਿ ਤੁਸੀਂ ਇੱਕ ਮਿੰਟ ਬਾਅਦ ਤੁਸੀਂ ਦੇਖਦੇ ਹੋ ਜਿਹੜੀ ਉਹ ਸਪੀਡ ਆ ਉਹਦੀ 10 ਜਾਂ 15 ਹੋ ਜਾਂਦੀ ਆ। 2 ਮਿੰਟ ਬਾਅਦ ਉਹਦੀ ਸਪੀਡ ਤੁਸੀਂ ਫਿਰ ਨੋਟ ਕਰਦੇ ਹੋ, ਕੈਮਰਾ ਤੁਸੀਂ ਲਾਇਆ ਹੋਇਆ, ਇਹਨੂੰ ਸੂਈ ਨੂੰ ਦੇਖ ਸਕਦੇ ਹੋ, ਮੂਵੀ ਬਣਾ ਰਹੇ ਹੋ ਤੁਸੀਂ, ਸਪੈਸ਼ਲ ਇਸੇ ਕੰਮ ਲਈ ਕਰਿਆ ਹੋਇਆ, ਸਾਰੀ ਗੱਲ ਸਮਝਣ ਲਈ। ਸੋ ਤੁਸੀਂ 2 ਮਿੰਟ ਬਾਅਦ ਫਿਰ ਦੇਖਿਆ ਅਤੇ ਤੁਹਾਡੀ ਜਿਹੜੀ ਸਪੀਡ ਆ ਉਹ ਮੰਨ ਲਓ ਕਿ 18 ਕੁ ਹੋ ਗਈ। ਫਿਰ ਤੁਸੀਂ ਦੇਖਿਆ 3 ਮਿੰਟ ਬਾਅਦ ਤੁਹਾਡੀ ਸਪੀਡ 25 ਕੁ ਹੋ ਗਈ। ਫਿਰ ਤੁਸੀਂ 4 ਮਿੰਟ ਬਾਅਦ, ਕਿਉਂਕਿ ਹਾਲੇ ਸਟਾਰਟ ਹੋ ਰਿਹਾ, ਤੁਸੀਂ ਤੇਜ਼ ਕਰ ਰਹੇ ਹੋ, ਕੋਈ ਮੋੜ ਆਏਗਾ, ਪ੍ਰੈਕਟੀਕਲ ਗੱਲ ਆ। ਹੁਣ ਇੱਥੇ ਸਟੇਟ ਲਾਈਨ ਗੱਲ ਨਹੀਂ ਕਰ ਰਿਹਾ ਮੈਂ, ਫਿਲਹਾਲ ਸਮਝਣ ਦੀ ਗੱਲ ਹੈ। ਇਸ ਲਈ ਗਲੀਆਂ ਮੁਹੱਲਿਆਂ 'ਚ ਜੇ ਤੁਸੀਂ ਜਾਓਗੇ ਤਾਂ ਮੋੜ ਵੀ ਕੱਟਣੇ ਪੈਣਗੇ, ਬੱਚੇ ਵੀ ਖੇਡਦੇ ਹੋਣਗੇ, ਕੋਈ ਸੜਕ ਟੁੱਟੀ ਵੀ ਹੋ ਸਕਦੀ ਆ, ਕੋਈ ਕੁੱਤਾ ਬਿੱਲੀ ਵੀ ਅੱਗੇ ਆਏਗਾ, ਅਤੇ ਤੁਸੀਂ ਫਿਰ ਹੌਲੀ ਉਹਦੀ ਸਪੀਡ ਵਧਾਉਂਦੇ ਜਾਓਗੇ। ਜਦ ਨੂੰ ਤੁਸੀਂ ਮੇਨ ਸੜਕ 'ਤੇ ਆ ਚੁੱਕੇ ਹੋਵੋਗੇ ਤਾਂ 4 ਮਿੰਟ ਹੋ ਗਏ ਤੁਹਾਨੂੰ, 5 ਮਿੰਟ ਹੋ ਗਏ ਮੰਨ ਲਓ, ਤਾਂ 5 ਮਿੰਟਾਂ ਵਿੱਚ ਸੂਈ ਜਿਹੜੀ ਤੁਸੀਂ ਇਹਨੂੰ 40 'ਤੇ ਲੈ ਆਂਦਾ, ਅਤੇ ਲਗਭਗ ਮੰਨ ਲਓ ਇੱਦਾਂ ਕਰਦੇ 10 ਮਿੰਟਾਂ ਬਾਅਦ ਤੁਸੀਂ ਮੇਨ ਰੋਡ 'ਤੇ ਆ ਗਏ, ਜਿਹੜੀ ਕਿ ਖਾਲੀ ਆ, ਤਾਂ ਉੱਥੇ ਆ ਕੇ ਤੁਹਾਡੀ ਹੁਣ ਸਪੀਡ 50 ਹੋ ਚੁੱਕੀ ਆ। ਨਾ ਉਹ ਤੁਹਾਡੀ ਜਿਹੜੀ ਸੜਕ ਆ ਨਾ ਸਾਰੀ ਖਾਲੀ ਆ। ਹੁਣ ਜਿਹੜੀ ਸੜਕ ਆ, ਹੁਣ ਸਿੱਧੀ ਸੜਕ ਆਪਾਂ ਹੁਣ ਮੰਨ ਲੈਂਦੇ, ਇਸ ਤੋਂ ਬਾਅਦ ਇਸ ਜਗ੍ਹਾ ਤੋਂ ਬਾਅਦ ਮੈਂ ਮੰਨ ਲੈਂਦਾ ਕਿ ਹੁਣ ਸਾਰੀ ਸੜਕ ਮੇਰੀ ਸਿੱਧੀ ਆ, ਅਤੇ ਉਹ ਸਾਰੀ ਦੀ ਸਾਰੀ ਸੜਕ ਜਿਹੜੀ ਆ ਉਹ 60 ਕਿਲੋਮੀਟਰ ਦੀ ਜਾਂ 100 ਕਿਲੋਮੀਟਰ ਦੀ ਸੜਕ, ਉਹ ਬਿਲਕੁਲ ਸਟਰੇਟ ਆ, ਕਿਸੇ ਤਰ੍ਹਾਂ ਦਾ ਉਹ 'ਚ ਟਰਨ ਨਹੀਂ ਹੈ, ਕਰਵ ਨਹੀਂ ਹੈ, ਕੁਛ ਨਹੀਂ ਹੈ। ਇਸ ਤੋਂ ਬਾਅਦ ਕੋਈ ਟ੍ਰੈਫਿਕ ਨਹੀਂ ਆ, ਕੋਈ ਬਲੋਕੇਡ ਨਹੀਂ ਆ, ਸੜਕ ਬਹੁਤ ਵਧੀਆ ਬਣੀ ਹੋਈ ਆ, ਬਾਈਕ ਖਰਾਬ ਨਹੀਂ ਹੈ, ਕੋਈ ਕੁੱਤਾ ਬਿੱਲੀ ਨਹੀਂ ਹੈ, ਕੋਈ ਖੱਡਾ ਨਹੀਂ ਆ। ਫਿਰ ਮੈਂ 10 ਮਿੰਟ ਬਾਅਦ, 15 ਮਿੰਟ ਬਾਅਦ, 20 ਮਿੰਟ ਬਾਅਦ, ਅੱਧੇ ਘੰਟੇ ਬਾਅਦ ਵੀ ਦੇਖ ਰਿਹਾ, ਜਦੋਂ ਮਰਜ਼ੀ ਦੇਖ ਰਿਹਾ ਮੇਰੀ ਸਪੀਡ ਇੰਨੀ ਹੋਈ ਆ, ਐਟਸੈਟਰਾ। 45 ਮਿੰਟ, ਘੰਟੇ ਬਾਅਦ। ਸੋ ਦੇਰ ਇਜ਼ ਨੋ ਚੇਂਜ। ਵਟ ਇਜ਼ ਦਿਸ ਇਜ਼ ਕਿਲੋਮੀਟਰਸ ਪਰ ਆਵਰ। ਮਤਲਬ ਕਿ ਇੰਨੀ ਤੇਜ਼ ਹੋ ਚੁੱਕੀ ਸਾਡੀ ਵਹੀਕਲ ਕਿ ਅਸੀਂ 1 ਘੰਟੇ ਵਿੱਚ 50 ਕਿਲੋਮੀਟਰ ਦੂਰ ਪਹੁੰਚ ਜਾਵਾਂਗੇ। 1 ਘੰਟੇ ਦੇ ਵਿੱਚ, ਕਿਉਂਕਿ ਪਰ ਆਵਰ ਆ, ਸੋ 1 ਘੰਟੇ ਦੇ ਵਿੱਚ ਅਸੀਂ 50 ਕਿਲੋਮੀਟਰ ਦੂਰ ਪਹੁੰਚ ਜਾਵਾਂਗੇ। ਹੁਣ
ਇਸ ਤੋਂ ਬਾਅਦ ਜਦੋਂ ਅਸੀਂ ਪਹੁੰਚ ਗਏ, ਮੰਨ ਲਓ ਜਿੱਥੇ ਅਸੀਂ ਪਹੁੰਚਣਾ ਸੀ ਪਹੁੰਚ ਗਏ, 1 ਘੰਟਾ ਤੋਂ ਬਾਅਦ ਮੰਨ ਲਓ 60 ਮਿੰਟ ਆਪਾਂ ਕਹਿ ਲਈਏ ਇਹਨੂੰ 60 ਮਿੰਟ, ਤਾਂ ਮੰਨ ਲਓ 70 ਮਿੰਟ ਬਾਅਦ ਅਸੀਂ ਪਹੁੰਚ ਗਏ ਜਿੱਥੇ ਪਹੁੰਚਣਾ ਸੀ ਮੰਨ ਲਓ, ਅਤੇ ਉਦੋਂ ਵੀ ਸਾਡੀ ਸਪੀਡ ਨੈਚੁਰਲ ਆ। ਫਿਰ ਜਿੱਥੇ ਅਸੀਂ ਪਹੁੰਚਾਂਗੇ, ਪਹੁੰਚਣ 'ਤੇ ਆਪਾਂ ਸਿੱਧਾ ਹੀ ਉੱਥੇ ਜੇ ਸਾਡੀ ਸਪੀਡ 50 ਹੋਊਗੀ ਫਿਰ ਤਾਂ ਅਸੀਂ ਅੱਗੇ ਲੰਘ ਜਾਂਗੇ, ਫਿਰ ਅਸੀਂ ਬ੍ਰੇਕ ਲਾਉਣੀ ਪਊਗੀ ਸਾਨੂੰ। ਫਿਰ ਸਾਨੂੰ ਉਹਦੀ ਸਪੀਡ ਜਿਹੜੀ ਹੈਗੀ ਆ ਹੌਲੀ ਹੌਲੀ ਆਪਾਂ ਹੁਣ ਕਰਦੇ ਹਾਂ 60 65, ਜਦੋਂ 65 ਮਿੰਟ ਬੀਤੇ ਸੀ ਅਸੀਂ ਸਪੀਡ ਘਟਾਤੀ 40, ਤੇ 64 ਮਿੰਟ 'ਤੇ ਆਪਣੀ ਸਪੀਡ 30 ਰਹਿ ਗਈ, ਠੀਕ ਆ, ਸੋਰੀ 64 ਨਹੀਂ 66। ਸੋ ਇੱਦਾਂ 67 ਮਿੰਟ 'ਤੇ ਆਪਣੀ ਸਪੀਡ ਰਹਿ ਗਈ 20, ਇੱਦਾਂ ਆਪਣੀ ਸਪੀਡ ਰਹਿ ਗਈ 68 ਮਿੰਟ 'ਤੇ ਸਪੀਡ ਰਹਿ ਗਈ 10, 69 'ਤੇ ਸਪੀਡ ਰਹਿ ਗਈ, ਮਿੰਟਾਂ ਦੀ ਗੱਲ ਹੋ ਰਹੀ ਆ, ਸਪੀਡ ਰਹਿ ਗਈ 5, ਅਤੇ 70 'ਤੇ ਮੰਨ ਲਓ 0। ਮਤਲਬ ਇਹ ਪ੍ਰੈਕਟੀਕਲ ਗੱਲ ਆ। ਦੇਖੋ ਜਿਹੜੀ ਤੁਸੀਂ ਪ੍ਰੈਕਟੀਕਲੀ ਤੁਸੀਂ ਇੱਥੇ ਸਪੀਡ ਤੁਹਾਡੀ ਵਧੀ, ਯੂ ਆਰ ਇਨਕਰੀਜ਼ਿੰਗ ਯੂਰ ਸਪੀਡ, ਨਾਓ ਯੂਰ ਸਪੀਡ ਰਿਮੇਨਸ ਕੌਨਸਟੈਂਟ, ਸਪੀਡ ਇਨਕਰੀਜ਼ਿੰਗ। ਜਦੋਂ ਤੁਸੀਂ ਸਟਾਰਟ ਕੀਤੀ ਮੋਸ਼ਨ ਵਾਹੀਕਲ ਨੂੰ ਸਟਾਰਟ ਕੀਤਾ ਤਾਂ ਸਪੀਡ ਤੁਹਾਡੀ ਵੱਧਦੀ ਜਾ ਰਹੀ ਆ। ਫਿਰ ਤੁਸੀਂ ਮੇਨ ਰੋਡ 'ਤੇ ਆ ਗਏ ਜਿੱਥੇ ਕਿ ਤੁਹਾਨੂੰ ਪਤਾ ਕੋਈ ਦਿੱਕਤ ਨਹੀਂ ਹੈਗੀ, ਤੁਹਾਨੂੰ ਸਪੀਡ ਨਾ ਵਧਾਉਣ ਦੀ ਲੋੜ ਆ ਨਾ ਘਟਾਉਣ ਦੀ ਲੋੜ ਆ, ਨਾ ਬ੍ਰੇਕ ਲਾ ਰਹੇ ਹੋ ਨਾ ਰੇਸ ਦੇ ਰਹੇ ਹੋ। ਫਿਰ ਉਸ ਤੋਂ ਬਾਅਦ ਤੁਸੀਂ ਆਪਣੀ ਜਗ੍ਹਾ 'ਤੇ ਜਿੱਥੇ ਪਹੁੰਚਣਾ ਸੀ ਉੱਥੇ ਪਹੁੰਚ ਰਹੇ ਹੋ, ਦੈਨ ਯੂ ਆਰ ਡਿਕਰੀਜ਼ਿੰਗ ਯੂਰ ਸਪੀਡ। ਹੁਣ ਤੁਸੀਂ ਬ੍ਰੇਕ ਲਾਉਣੀ ਸ਼ੁਰੂ ਕਰਤੀ ਅਤੇ ਜਿਹੜੀ ਸਪੀਡ ਆ ਉਹ ਘੱਟ ਕਰਨੀ ਸ਼ੁਰੂ ਕਰਤੀ, ਐਂਡ ਨਾਓ ਯੂ ਅਲਟੀਮੇਟਲੀ ਸਟੋਪ, ਇੱਥੇ ਰੁਕ ਗਏ। ਇਹਦਾ ਇਹ ਪ੍ਰੈਕਟੀਕਲ ਆ ਵੀ ਮਤਲਬ ਤੁਹਾਡੀ ਸਪੀਡ ਵੱਧਦੀ ਵੀ ਆ, ਤੁਸੀਂ ਸਪੀਡ ਕੌਨਸਟੈਂਟ ਵੀ ਰੱਖਦੇ ਹੋ ਅਤੇ ਤੁਸੀਂ ਡਿਕਰੀਜ਼ ਵੀ ਕਰਦੇ ਹੋ। ਹੁਣ ਜਿਹੜਾ ਆਹ ਵਾਲਾ ਪੋਰਸ਼ਨ ਆ ਇਹ ਪ੍ਰੈਕਟੀਕਲ ਨਹੀਂ ਹੈਗਾ, ਆਈਡੀਅਲ ਨਹੀਂ ਹੈਗਾ। ਹਲੇ ਆ ਜੋ ਮੈਂ ਬਣਾਇਆ ਇਹ ਆਈਡੀਅਲ ਕੇਸ ਆ, ਬਟ ਇਹ ਆਈਡੀਅਲੀ ਇੱਦਾਂ ਹੁੰਦਾ ਨਹੀਂ। ਤੁਸੀਂ ਐਂ ਨਹੀਂ ਕਰ ਸਕਦੇ ਕਿ ਵੀ ਤੁਸੀਂ ਪੌਣਾ ਘੰਟਾ 50 ਦੀ ਸਪੀਡ 'ਤੇ ਹੀ ਚੱਲੀ ਜਾਓ, ਇਹ ਪੋਸੀਬਲ ਨਹੀਂ ਹੈਗਾ ਸੜਕ ਦੇ ਉੱਪਰ ਪ੍ਰੈਕਟੀਕਲੀ। ਬੇਸ਼ੱਕ ਸੜਕ ਸਿੱਧੀ ਵੀ ਹੋਵੇ, ਤੁਸੀਂ ਥੱਕ ਵੀ ਸਕਦੇ ਹੋ ਇੰਨੀ ਲੰਬੀ ਜਰਨੀ ਦੇ ਵਿੱਚ, ਤੁਸੀਂ ਵੈਸੇ ਹੀ ਹੌਲੀ ਕਰ ਲੈਂਦੇ ਹੋ, ਜਾਂ ਤੁਹਾਨੂੰ ਪਾਣੀ ਪੀਣ ਦੀ ਲੋੜ ਪੈਂਦੀ ਹੈ ਤੁਸੀਂ ਆਪ ਹੀ ਹੌਲੀ ਕਰ ਲੈਂਦੇ ਹੋ, ਜਾਂ ਤੁਸੀਂ ਵਿੱਚ ਰੁਕ ਵੀ ਸਕਦੇ ਹੋ। ਜਾਂ ਜੇ ਪ੍ਰੈਕਟੀਕਲੀ ਸੱਚੀ ਮੁੱਚੀ ਅਸੀਂ ਮੇਨ ਰੋਡ 'ਤੇ ਹੈਗੇ ਹਾਂ ਜਿੱਥੇ ਕਿ ਹੋਰ ਟ੍ਰੈਫਿਕ ਵੀ ਹੈਗਾ, ਤਾਂ ਤੁਹਾਡੀ ਜਿਹੜੀ ਸਪੀਡ ਆ ਇਹ ਕਦੀ ਰੈਂਡਮਲੀ 50 ਹੋਏਗੀ, ਕਦੀ 40 ਵੀ ਹੋਏਗੀ, ਤੁਸੀਂ ਬ੍ਰੇਕ ਲਾਓਗੇ, ਕਦੀ ਤੁਸੀਂ 60 ਵੀ ਕਰੋਗੇ, ਤੁਸੀਂ 65 ਵੀ ਕਰੋਗੇ, ਤੁਸੀਂ ਇਹਨੂੰ ਹੋਰ ਘੱਟ ਵੀ ਕਰੋਗੇ, ਹੋ ਸਕਦਾ 30 ਦੀ ਸਪੀਡ 'ਤੇ ਵੀ ਰੈੱਡ ਲਾਈਟ ਵੀ ਆਊਗੀ, ਉੱਥੇ ਤੁਸੀਂ ਰੁਕੋਗੇ ਵੀ, ਫਿਰ ਤੁਸੀਂ ਸਪੀਡ ਅਪ ਕਰੋਗੇ 10 ਸਪੀਡ 50 'ਤੇ ਪਹੁੰਚੋਗੇ, 60 'ਤੇ ਵੀ ਪਹੁੰਚ ਸਕਦੇ ਆ, ਤੁਸੀਂ ਲੇਟ ਹੋ ਗਏ ਤੁਸੀਂ 70 80 'ਤੇ ਵੀ ਜਾ ਸਕਦੇ ਆ। ਸੋ ਤੁਹਾਡੀ ਜਿਹੜੀ ਇਹ ਸਪੀਡ ਆ ਕਿਲੋਮੀਟਰ ਪਰ ਆਵਰ ਦੇ ਵਿੱਚ ਪ੍ਰੈਕਟੀਕਲੀ ਜੇ ਕਿਸੇ ਸੜਕ 'ਤੇ ਲੰਬੀ ਸੜਕ 'ਤੇ ਲੰਬੇ ਸਫ਼ਰ 'ਤੇ ਜਾਣਾ ਅਤੇ ਤੁਹਾਡੀ ਸਪੀਡ ਜਿਹੜੀ ਆ ਉਹ ਤੁਸੀਂ ਸੋਚ ਕੇ ਦੇਖੋ ਥੋੜ੍ਹੀ ਦੇਰ ਬਾਅਦ ਸੇਮ ਨਹੀਂ ਰਹੂਗੀ, ਜਿਹੜਾ ਕਿ ਤੁਸੀਂ ਆ ਸਪੀਡੋਮੀਟਰ ਤੋਂ ਵੀ ਦੇਖ ਸਕਦੇ ਆ। ਜੇ ਤੁਸੀਂ ਇੱਥੇ ਆਪਣਾ ਇੱਕ ਕੈਮਰਾ ਵੀਡੀਓ ਬਣਾ ਰਹੇ ਹੋ ਤੁਸੀਂ ਇਸ ਮੀਟਰ ਦੀ, ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਇਹ ਸੂਈ ਆ ਉਹ ਕਦੀ ਇੱਧਰ ਨੂੰ ਜਾ ਰਹੀ, ਕਦੀ ਇੱਧਰ ਨੂੰ ਜਾ ਰਹੀ, ਕਦੀ ਇੱਥੇ ਰੁਕ ਰਹੀ ਆ, ਕਿੰਨੀ ਦੇਰ ਰੁਕੀ ਰਹੀ, ਫਿਰ ਗਾਂਹ ਵਧੀ, ਫਿਰ ਪਿਛਾਂਹ ਹੋਈ, ਫਿਰ ਇੱਥੇ ਆਈ। ਸੋ ਇਹ ਵੇਰੀ ਜੀ ਕਰਦੀ ਹੈ, ਇਹ ਸੇਮ ਨਹੀਂ ਰਹਿੰਦੀ ਹਰ ਵੇਲੇ, ਕੌਨਸਟੈਂਟ ਨਹੀਂ ਹੈਗੀ। So therefore when this needle, this pointer is moving, this is moving, so that means your speed is not constant. So like this, so in this so speed is not constant, ਇਹ ਤੁਹਾਡੀ ਸਥਿਰ ਨਹੀਂ ਹੈਗੀ ਲਾਈਕ ਦਿਸ। ਇਹ ਆਈਡੀਅਲ ਕੇਸ ਸੀਗਾ, ਇਹ ਆਈਡੀਅਲ ਕੇਸ ਵਾਂਗ ਨਹੀਂ ਹੋਣੀ, ਪ੍ਰੈਕਟੀਕਲੀ ਤੁਹਾਡਾ ਆਈਡੀਅਲ ਕੇਸ ਨਹੀਂ ਹੁੰਦਾ। ਤਾਂ ਤੁਹਾਡੀ ਸਪੀਡ ਜਿਹੜੀ ਉਹ ਵੇਰੀਏਬਲ ਹੁੰਦੀ ਆ, ਵੇਰੀਏਬਲ। ਮੈਂ ਤਾਂ ਸਪੀਡ ਦੀ ਵੀ ਗੱਲ ਕਰ ਰਿਹਾ, ਹਾਲੇ ਵੈਲੋਸਿਟੀ ਦਾ ਵਿੱਚ ਜ਼ਿਕਰ ਨਹੀਂ ਕਰ ਰਿਹਾ। ਬੇਸਿਕਲੀ ਤੁਹਾਨੂੰ ਪਤਾ ਕਿ ਜੇ ਸਟ੍ਰੇਟ ਲਾਈਨ 'ਚ ਜਾਵਾਂਗੇ ਤਾਂ ਸਪੀਡ ਅਤੇ ਵੈਲੋਸਿਟੀ ਨੂੰ ਆਪਾਂ ਮੈਗਨੀਟਿਊਡ ਵਾਈਜ਼ ਸੇਮ ਹੀ ਕਹਿ ਸਕਾਂਗੇ। ਸੋ ਇਹ ਵੇਰੀਏਬਲ ਸਪੀਡ ਹੋ ਗਈ ਤੁਹਾਡੀ, ਵੇਰੀਏਬਲ ਮਤਲਬ ਕਿ ਬਦਲੀ ਜਾਂਦੀ ਆ ਥੋੜ੍ਹੀ ਦੇਰ ਬਾਅਦ, ਇੱਕ ਮਿੰਟ ਬਾਅਦ। ਜੇ ਆਪਾਂ ਸਪੀਡ ਨੂੰ ਦੇਖੀਏ ਇੱਥੇ ਜੇ ਆਪਾਂ ਦੇਖਦੇ ਹਾਂ ਤਾਂ ਇੱਕ ਮਿੰਟ ਬਾਅਦ ਤੁਹਾਡੀ ਸਪੀਡ ਜਿਹੜੀ ਉਹ ਬਦਲੀ ਜਾ ਰਹੀ ਹੈਗੀ ਆ, ਕਦੀ ਵੱਧ ਰਹੀ ਹੈਗੀ ਆ, ਦੇਖੋ ਵਧੀ ਜਾ ਰਹੀ। ਫਿਰ ਇੱਥੇ ਤੁਹਾਡੀ ਸਪੀਡ ਆਹ ਵਾਲੇ ਕੇਸ ਵਿੱਚ ਇੱਥੇ ਆ ਕੇ ਕੌਨਸਟੈਂਟ ਹੋ ਗਈ ਸੀ। ਸੋ ਸਪੀਡ ਕੌਨਸਟੈਂਟ ਹੋਈ, ਇਹ ਤੋਂ ਬਾਅਦ ਸਪੀਡ ਘਟਣ ਲੱਗ ਗਈ, ਤੁਸੀਂ ਬ੍ਰੇਕ ਲਾਉਣੀ ਸ਼ੁਰੂ ਕਰਤੀ। ਸੋ ਆਹ ਪ੍ਰੈਕਟੀਕਲ ਗੱਲ ਮੈਂ ਤੁਹਾਨੂੰ ਦੱਸੀ ਆ ਕਿ ਆਹ ਤੁਹਾਡੀ ਪ੍ਰੈਕਟੀਕਲ ਗੱਲ ਹੈਗੀ ਆ ਕਿ ਜਿਹੜੀ ਸਪੀਡ ਆ ਉਹ ਪ੍ਰੈਕਟੀਕਲੀ ਵੱਧਦੀ ਘੱਟਦੀ ਰਹਿੰਦੀ ਆ। ਸੋ ਲਾਈਕ ਦਿਸ। ਸੋ ਇਸ ਤਰ੍ਹਾਂ ਇਹ ਵੇਰੀ ਕਰਦੀ ਰਹਿੰਦੀ, ਕਦੀ ਵੱਧਦੀ ਕਦੀ। ਸੋ ਮੀਨਸ ਯੂ ਹੈਵ ਵੇਰੀਏਬਲ ਸਪੀਡ। ਇਹ ਪ੍ਰੈਕਟੀਕਲ ਗੱਲ ਆ ਕਿ ਸਪੀਡ ਵੇਰੀਏਬਲ ਹੁੰਦੀ ਆ। ਵੱਖਰੇ ਟਾਈਮ 'ਤੇ ਤੁਹਾਡੀ ਜਿਹੜੀ ਇਹ ਸੂਈ ਆ ਇਹ ਤੁਹਾਨੂੰ ਵੱਖਰੀ ਸਪੀਡ ਦੱਸਦੀ ਰਹਿੰਦੀ ਆ। 10 ਮਿੰਟ ਬਾਅਦ, 15 ਮਿੰਟ ਬਾਅਦ, 5 ਮਿੰਟ ਬਾਅਦ, ਇਹ ਅਲੱਗ ਜਿਹੜੀ ਸਮੇਂ 'ਤੇ ਤੁਹਾਡੀ ਜਿਹੜੀ ਸਪੀਡ ਆ ਉਹ ਅਲੱਗ ਜਵਾਬ ਜਿਹੜਾ ਆ ਉਹਦਾ ਆਉਂਦਾ ਰਹਿੰਦਾ ਆ।
सो दिस इज़ वेरीएबल स्पीड। मेरे ख्याल क्लीयर होगी गल। वेरीएबल मतलब जिहड़ी स्पीड जिहड़ी आ बदलती रहिंदी आ, मतलब हुण सानूं किद्दां मतलब बदलती रहिंदी आ, असीं टाइम इंटरवल लै सकदे हां, असीं देख सकदे हां, असीं टाइम दा जे एक ला लईए भी, असीं नोट कर लईए भी 1 मिनट हो गया, 2 मिनट हो गए, 3 मिनट हो गए, 4 मिनट हो गए, ਤਾਂ ਅਸੀਂ ਦੇਖਦੇ ਹਾਂ ਕਿ ਜਿਹੜੀ ਸੂਈ ਆ ਉਹ ਕਿੱਥੇ ਖੜੀ ਆ। ਸੂਈ ਮੰਨ ਲਓ ਇੱਥੇ 10 ਤੇ ਖੜੀ ਆ, ਸੂਈ ਜਿਹੜੀ ਹੈਗੀ ਆ ਮਤਲਬ ਆ ਟਾਈਮ ਮੈਂ ਲੈ ਰਿਹਾ ਹੈਗਾ ਮਿੰਟਾਂ ਦੇ ਵਿੱਚ, ਸੋ ਇਹ ਮਿੰਟ ਹੈਗੇ ਆ ਮਿੰਟਾਂ ਦੇ ਵਿੱਚ, ਅਤੇ ਆ ਮੈਂ ਕਿਲੋਮੀਟਰ ਪਰ ਆਵਰ ਦੇ ਵਿੱਚ ਲੈ ਰਿਹਾ, ਅਤੇ ਇਹ ਕੀ ਹੈਗੀ ਆ ਸਪੀਡ ਦੀ ਗੱਲ ਹੋ ਰਹੀ ਹੈ ਇੱਥੇ। ਇੱਥੇ 0 ਟਾਈਮ 'ਤੇ 0 ਸੀ, ਫਿਰ ਜਦੋਂ 1 ਮਿੰਟ ਬੀਤ ਗਿਆ, 1 ਮਿੰਟ 'ਤੇ ਸਪੀਡ 10 ਕਿਲੋਮੀਟਰ ਪਰ ਆਵਰ ਹੋ ਗਈ, ਫਿਰ ਸਪੀਡ ਤੁਹਾਡੀ 15 ਹੋ ਗਈ, ਫਿਰ ਤੁਹਾਡੀ ਸਪੀਡ 17 ਹੋ ਗਈ, ਫਿਰ ਤੁਹਾਡੀ ਸਪੀਡ 25 ਹੋ ਗਈ। ਸੋ ਨਾ ਦੇਖੋ ਆਹ ਵਾਲੇ ਮਿੰਟ ਦੇ ਵਿੱਚ 5 ਦਾ ਫਰਕ ਪਿਆ, ਆਹ ਵਾਲੇ ਦੇ ਵਿੱਚ 2 ਦਾ ਫਰਕ ਪਿਆ, ਆਹ ਵਾਲੇ ਦੇ ਵਿੱਚ 8 ਦਾ ਫਰਕ ਪਿਆ। ਇਹਦਾ ਮਤਲਬ ਜਿਹੜੀ ਸਪੀਡ ਆ 1 ਮਿੰਟ ਦੇ ਵਿੱਚ ਤੁਹਾਡੀ ਵੱਖਰੀ ਵੱਖਰੀ ਆ। ਇਹੀ ਚੀਜ਼ ਨੂੰ ਤੁਸੀਂ ਸਕਿੰਟਾਂ ਵਿੱਚ ਵੀ ਤੋੜ ਸਕਦੇ ਹੋ, ਤੁਸੀਂ ਹੋਰ ਛੋਟਾ ਵੀ ਸਕਿੰਟ, ਕਿਉਂਕਿ ਤੁਹਾਡੇ ਮੇਜਰੇਬਲ ਜਿਹੜਾ ਟਾਈਮ ਆ ਸੈਕਿੰਡ, ਉਹ ਛੋਟੈਸਟ ਇੰਟਰਵਲ ਆਫ ਟਾਈਮ ਆ ਪ੍ਰੈਕਟੀਕਲੀ, ਅਤੇ ਉਹ 1 ਸੈਕਿੰਡ ਬਾਅਦ ਤੁਸੀਂ ਦੇਖ ਸਕਦੇ ਹੋ ਕਿ 1 ਸੈਕਿੰਡ ਬਾਅਦ ਇਹਦੀ ਸਪੀਡ ਨੂੰ ਕੀ ਹੋ ਰਿਹਾ ਹੈਗਾ ਹਰ 1 ਸੈਕਿੰਡ, ਕਿਉਂਕਿ 1 ਮਿੰਟ 'ਚ 60 ਸੈਕਿੰਡ ਹੁੰਦੇ ਆ। ਇਹਦੇ ਨਾਲ 60 ਸਕਿੰਟਾਂ ਵਿੱਚ ਉਹਦੀ ਸਪੀਡ ਜਿਹੜੀ ਹੈ 5 ਕਿਲੋਮੀਟਰ ਪਰ ਆਵਰ ਵੱਧ ਗਈ। ਤਾਂ ਇਹਦਾ ਮਤਲਬ 60 ਸੈਕਿੰਡ 60 ਟੁਕੜਿਆਂ ਦੇ ਵਿੱਚ ਟਾਈਮ ਦੇ, ਉਹਨਾਂ ਟਾਈਮ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਨਾ, ਇੱਥੇ 60 ਟੁਕੜੇ ਕਰ ਲਓ 1 ਮਿੰਟ ਦੇ, ਅਤੇ ਉਹ ਉੱਥੇ ਹਰ ਇੱਕ ਜਗ੍ਹਾ 'ਤੇ ਤੁਸੀਂ ਨੋਟ ਕਰ ਸਕਦੇ ਹੋ ਵੀ ਇੱਥੋਂ ਲੈ ਕੇ ਇੱਥੇ ਤੱਕ ਕਿੱਦਾਂ ਹੋਇਆ ਹੋਊਗਾ। ਸੋ ਕੋਈ ਵੀ ਚੀਜ਼ ਇਹ ਤਾਂ ਹੁੰਦੀ ਨਹੀਂ ਕਿ ਜੇ ਤੁਹਾਡੀ ਸਪੀਡ 0 ਸੀ ਤਾਂ ਸਿੱਧੀ ਹੋਈ 50 ਹੋ ਗਈ, ਹੁਣੀ 0 ਆ ਅਤੇ ਅਗਲੇ ਸੈਕਿੰਡ ਬਾਅਦ 50 ਹੋ ਗਈ ਆਫਟਰ 1 ਸੈਕਿੰਡ, ਪੋਸੀਬਲ ਹੀ ਨਹੀਂ ਹੈਗਾ 1 ਸੈਕਿੰਡ। ਜੇ ਤੁਸੀਂ 50 'ਤੇ ਪਹੁੰਚਣਾ ਤਾਂ ਤੁਹਾਡੀ ਜਿਹੜੀ ਸਪੀਡ ਆ ਉਹ ਵਧੀ, ਫਿਰ ਵਧੀ, ਫਿਰ ਵਧੀ, ਫਿਰ ਵਧੀ, ਐਂਡ ਗੋਨ। ਸੋ ਇਟ ਵਿਲ ਟੇਕ ਸਮ ਟਾਈਮ, ਇਹਨੂੰ ਥੋੜ੍ਹਾ ਜਿਹਾ ਟਾਈਮ ਲੱਗੇਗਾ ਤਾਂ ਕਿ ਉਹ ਸਪੀਡ 0 ਤੋਂ 50 ਹੋਣ ਨੂੰ ਇੱਕ ਟਾਈਮ ਲੱਗੇਗਾ। ਸੋ ਇਟ ਵਿਲ ਟੇਕ ਸਮ ਟਾਈਮ ਟੂ ਮੂਵ ਫਰੋਮ 0 to 50। ਇਹ ਨਹੀਂ ਹੋ ਸਕਦਾ ਕਿ ਇੱਕਦਮ ਹੀ ਤੁਸੀਂ ਉਹਨੂੰ ਰੇਸ ਦੇ ਦਿੱਤੀ, ਹੁਣੀ ਤੁਸੀਂ ਘਰੇ 0 'ਤੇ ਖੜ੍ਹੇ ਸੀ ਸਿੱਧੇ ਹੀ 50 'ਤੇ ਪਹੁੰਚ ਗਏ। ਸੋ ਇਹ ਵਾਲੀ ਗੱਲ ਆਪਣੀ ਸੋਚਣੀ ਆ, ਇਹ ਵਾਲੀ ਚੀਜ਼ ਦੇ ਵਿੱਚ ਸਾਨੂੰ ਪ੍ਰੋਬਲਮ ਆ ਵੀ ਆਪਾਂ ਇੱਕਦਮ ਨਹੀਂ, ਸਡਨਲੀ ਇਹ ਨਹੀਂ ਹੋ ਸਕਦਾ ਕਿ ਚੁਟਕੀ ਵਜਾਈ ਅਤੇ ਹੁਣੀ ਮੇਰੀ ਸਪੀਡ 100 ਹੋ ਗਈ। ਦਿਸ ਇਜ਼ ਨੋਟ ਪੋਸੀਬਲ। ਸੋ ਆਪਾਂ ਸੜਕ 'ਤੇ ਤੁਰਦੇ ਹਾਂ, ਸਪੀਡ ਜਿੱਦਾਂ ਹੁਣੀ ਆਪਾਂ ਇੱਥੇ ਦੇਖਿਆ ਸੀ ਕਿ ਸਪੀਡ ਵੱਧਦੀ ਗਈ, ਤਾਂ ਤੁਸੀਂ ਇਹ ਪ੍ਰੈਕਟੀਕਲੀ ਦੇਖ ਸਕਦੇ ਜਦੋਂ ਪੱਖਾ ਚਲਾਉਂਦੇ ਹੋ, ਸਵਿਚ ਔਨ ਕਰਦੇ ਹੋ, ਤਾਂ ਪੱਖਾ ਪਹਿਲਾਂ ਹੌਲੀ ਤੇਜ਼ ਫੁੱਲ ਸਪੀਡ, ਫਿਰ ਉਹ ਉਨੀ ਸਪੀਡ 'ਤੇ ਘੁੰਮਦਾ ਰਹਿੰਦਾ, ਠੀਕ ਹੈ ਨਾ। ਸੋ ਇੱਦਾਂ ਹੀ ਕੋਈ ਵੀ ਚੀਜ਼ ਸਡਨਲੀ ਨਹੀਂ ਹੁੰਦੀ ਵੀ ਹੁਣ ਹੈਗੀ ਅਤੇ ਹੁਣ ਨਹੀਂ ਹੈਗੀ, ਜਾਂ ਹੁਣ ਨਹੀਂ ਹੈਗੀ ਅਤੇ ਹੁਣ ਇੱਕਦਮ ਹੈਗੀ ਆ। ਸੋ ਇੱਦਾਂ ਹੀ ਤੁਸੀਂ ਇੱਕਦਮ ਇਹ ਨਹੀਂ ਕਰ ਸਕਦੇ ਵੀ ਮੈਂ 60 ਦੀ 100 ਦੀ ਸਪੀਡ 'ਤੇ ਜਾ ਰਿਹਾ ਸੀ ਤਾਂ ਮੈਂ ਬ੍ਰੇਕ ਲਾਈ ਹੁਣੀ ਰੁਕ ਗਿਆ, ਠੀਕ ਹੈ ਨਾ। ਮੈਂ ਬ੍ਰੇਕ ਲਾਤੀ ਅਤੇ ਇੱਥੇ ਹੀ ਸਡਨਲੀ ਰੁਕ ਗਿਆ, 0 ਟਾਈਮ ਲੱਗਾ ਮੈਨੂੰ ਤਾਂ ਮੈਂ ਇੱਥੇ ਹੀ ਰੁਕ ਗਿਆ, ਜਿੱਦਾਂ ਹੀ ਬ੍ਰੇਕ ਮਾਰੀ ਉੱਥੇ ਰੁਕ ਗਿਆ, ਇਹ ਪੋਸੀਬਲ ਨਹੀਂ ਹੈਗਾ। ਸੋ ਇਹਨੂੰ ਤੁਹਾਡੀ ਜੇ ਮੰਨ ਲਓ ਤੁਸੀਂ ਰੋਕ ਵੀ ਲਿਆ ਤਾਂ ਤੁਹਾਨੂੰ ਪਤਾ ਹੈ ਕਿ ਕਾਰ ਜਾਂ ਸਕੂਟਰ ਜਾਂ ਵਾਟਐਵਰ ਬਾਈਕ ਹੈਗਾ ਉਹ ਘਿਸੜਦਾ ਹੋਇਆ, ਸਕਿੱਡ ਕਰਦਾ ਹੋਇਆ, ਫਿਸਲਦਾ ਹੋਇਆ, ਇੱਕਦਮ ਬ੍ਰੇਕ ਲਾਉਣ ਤੋਂ ਬਾਅਦ ਵੀ ਉਹ ਫਿਸਲ ਕੇ ਐਂ ਜਾਊਗਾ, ਕਿ ਉਹ ਘੁੰਮੂਗੇ, ਚੱਕੇ ਨਹੀਂ ਘੁੰਮਣਗੇ, ਬਟ ਉਹ ਜ਼ਮੀਨ ਦੇ ਉੱਤੇ ਕਾਲੀਆਂ ਲਕੀਰਾਂ ਵੱਜੀਆਂ ਹੋਈਆਂ ਤੁਹਾਨੂੰ ਸੜਕਾਂ 'ਤੇ ਕਈ ਵਾਰੀ ਨਜ਼ਰ ਆਉਂਦੀਆਂ ਹੋਣਗੀਆਂ। ਜਦੋਂ ਕਈ ਵਾਰੀ ਸਡਨਲੀ ਬ੍ਰੇਕ ਲਾ ਦਿੱਤੀ ਜਾਂਦੀ ਆ ਤਾਂ ਉਹ ਬ੍ਰੇਕ ਲਾਉਣ ਤੋਂ ਬਾਅਦ ਫਿਰ ਉਹ ਚੱਕਾ ਤਾਂ ਨਹੀਂ ਘੁੰਮਦਾ, ਪਹੀਆ ਨਹੀਂ ਘੁੰਮਦਾ, ਬਟ ਜ਼ਮੀਨ ਦੇ ਉੱਤੇ ਤੁਹਾਨੂੰ ਕਾਲੇ ਨਿਸ਼ਾਨ ਨਜ਼ਰ ਆਉਂਦੇ ਆ ਵੀ ਘਿਸੜ ਗਿਆ ਕੋਈ ਉਹ। ਸੋ ਇਹ ਜਿਹੜੀ ਚੀਜ਼ ਹੈਗੀ ਆ, ਇਹ ਵਾਲੀ ਚੀਜ਼ 'ਤੇ ਅਸੀਂ ਧਿਆਨ ਦੇਣਾ। ਹੁਣ ਜਦੋਂ ਅਸੀਂ ਸਪੀਡ ਨੂੰ ਜਾਣ ਲਿਆ, ਵੈਲੋਸਿਟੀ ਨੂੰ ਜਾਣ ਲਿਆ, ਅਤੇ ਹੁਣ ਅਸੀਂ ਆ ਜਿਹੜੀਆਂ ਬਰੀਕੀ ਦੇ ਵਿੱਚ ਵੀ ਕਿਹੜੇ ਟਾਈਮ 'ਤੇ ਕਿਹੜੀ ਗੱਲ ਹੋਈ ਉਹਦੇ ਬਾਰੇ ਗੱਲ ਕਰਨੀ ਆ। ਸੋ ਦੇਅਰਫੋਰ ਫਸਟ ਆਫ ਆਲ ਇਨ ਜਨਰਲ ਆਮ ਕਰਕੇ ਸਪੀਡ ਵੇਰੀਏਬਲ ਹੁੰਦੀ ਆ, ਉਹ ਹੁੰਦੀ ਹੋਈ ਆ, ਕਿਉਂਕਿ ਤੁਸੀਂ ਖੜ੍ਹੇ ਆ ਪ੍ਰੈਕਟੀਕਲੀ, ਫਿਰ ਤੁਸੀਂ ਚੱਲੋਗੇ ਸਪੀਡ ਵਧੂਗੀ, ਫਿਰ ਤੁਸੀਂ ਸਪੀਡ ਕੋਂਸਟੈਂਟ ਕਰੋਗੇ ਕੁਛ ਟਾਈਮ ਲਈ, ਫਿਰ ਤੁਸੀਂ ਫਿਰ ਸਪੀਡ ਵਧਾਓਗੇ ਜਾਂ ਘਟਾਓਗੇ, ਫਿਰ ਤੁਸੀਂ ਰੁਕਣਾ ਆ, ਸਪੀਡ ਤੁਸੀਂ ਘੱਟ ਕਰੋਗੇ। ਸੋ ਇਹ ਬਹੁਤ ਇੰਪੋਰਟੈਂਟ ਗੱਲ ਹੈਗੀ ਆ ਕਿ ਵੇਰੀਏਬਲ ਸਪੀਡ ਹੁੰਦੀ ਆ ਪ੍ਰੈਕਟੀਕਲੀ। ਹੁਣ ਗੱਲ ਆ ਗਈ ਕਿ ਜੇ ਮੰਨ ਲਓ ਯੂਨੀਫਾਰਮ ਸਪੀਡ ਦੀ ਗੱਲ ਆਪਾਂ ਕਰੀਏ, ਯੂਨੀਫਾਰਮ ਸਪੀਡ, ਵਾਟ ਇਜ਼ ਯੂਨੀਫਾਰਮ ਸਪੀਡ। ਸੋ ਯੂਨੀਫਾਰਮ ਸਪੀਡ ਕੀ ਹੈਗੀ ਆ, ਯੂਨੀਫਾਰਮ। ਸੋ ਯੂਨੀਫਾਰਮ ਮੈਨੇ ਕਿ ਸਾਰਾ ਕੁਛ ਜਿਹੜਾ ਹੈ ਆਪਣੇ ਕੋਲ ਇੱਕੋ ਸਮਾਨ ਆ, ਇੱਕ ਵਰਗਾ। ਜਿੱਦਾਂ ਆਹ ਵਾਲੀ ਜਗ੍ਹਾ 'ਤੇ ਆਪਾਂ ਕੀਤਾ ਸੀ ਕਿ ਸਾਡੀ ਜਿਹੜੀ ਸਪੀਡ ਸੀ ਆਹ ਵਾਲੀ ਥਾਂ 'ਤੇ ਉਹ 50 ਸੀ, ਮਤਲਬ ਨਾ ਅਸੀਂ ਬ੍ਰੇਕ ਲਾ ਰਹੇ ਸੀ, ਨਾ ਅਸੀਂ ਰੇਸ ਦੇ ਰਹੇ ਸੀ, ਬਸ ਜੋ ਕਰਤਾ ਸੀ ਓਨੇ ਕਰਕੇ ਅਸੀਂ ਚੱਲੀ ਜਾਂਦੇ ਹਾਂ। ਸੜਕ ਬਿਲਕੁਲ ਖਾਲੀ ਆ, ਕੋਈ ਰੁਕਾਵਟ ਨਹੀਂ ਹੈਗੀ, ਕੋਈ ਐਕਸੀਡੈਂਟ ਹੋਣ ਦਾ ਖਤਰਾ ਕੋਈ ਨਹੀਂ ਹੈਗਾ, ਅਤੇ ਬਿਲਕੁਲ ਬਸ ਨੱਪਿਆ ਹੋਇਆ ਆ, ਉਹਨੂੰ ਐਕਸਲਰੇਟਰ ਨੂੰ ਫਿਕਸ ਕੀਤਾ ਹੋਇਆ ਆ, 50 ਦੇ ਸਪੀਡ 'ਤੇ ਇਹ ਚੱਲੀ ਜਾਂਦਾ। ਸੋ ਦਿਸ ਥਿੰਗ ਇਜ਼ ਨੋਨ ਐਜ਼ ਯੂਨੀਫਾਰਮ ਸਪੀਡ।
ਸੋ ਨਾਓ ਆਫਟਰ ਤੁਸੀਂ ਬੇਸ਼ੱਕ ਹਰ ਇੱਕ ਸੈਕਿੰਡ ਬਾਅਦ ਨੋਟ ਕਰ ਲਓ, ਇੱਥੇ ਆਪਾਂ 15 ਮਿੰਟ 20 ਮਿੰਟ 30 ਮਿੰਟ ਲੈ ਰਹੇ ਸੀ, ਤੁਸੀਂ ਇੱਕ ਇੱਕ ਸੈਕਿੰਡ ਬਾਅਦ ਵੀ ਨੋਟ ਕਰ ਲਓ ਇੱਥੇ ਸਾਰੀ ਇਕੱਲੇ ਸੈਕਿੰਡ ਦੇ ਬਾਅਦ ਵੀ ਤੁਹਾਡੀ ਸੂਈ ਬਿਲਕੁਲ ਕੌਨਸਟੈਂਟ ਹੋਏਗੀ, ਉਹ ਹਿੱਲੇਗੀ ਨਹੀਂ, ਉਹ 50 ਤੇ ਹੀ ਖੜੀ ਰਹੂਗੀ ਸੂਈ 50 ਤੇ ਕੌਨਸਟੈਂਟ। ਤੁਹਾਨੂੰ ਲੱਗੂਗਾ ਵੀ ਸੂਈ ਨੂੰ ਕੁਝ ਹੋ ਹੀ ਨਹੀਂ ਰਿਹਾ, ਬਸ ਜਾਮ ਹੋ ਗਈ, ਉੱਥੇ ਖੜ ਗਈ। ਸੋ ਇਹ ਜਿਹੜੀ ਚੀਜ਼ ਹੈਗੀ ਆ ਦੈਨ ਇਟ ਵਿਲ ਬਿਕਮ ਕੌਨਸਟੈਂਟ ਔਰ ਯੂਨੀਫਾਰਮ ਸਪੀਡ। ਮਤਲਬ ਜਦੋਂ ਤੁਸੀਂ ਟਾਈਮ ਇੰਟਰਵਲ ਜਿਹੜਾ ਹੈਗਾ ਉਹਨੂੰ ਤੁਸੀਂ 1 ਟਾਈਮ ਤੋਂ ਲੈ ਕੇ ਫਿਰ 1 ਸੈਕਿੰਡ, ਫਿਰ 2 ਸੈਕਿੰਡ, ਫਿਰ 3 ਸੈਕਿੰਡ ਕਰਤਾ, ਫਿਰ 4 ਸੈਕਿੰਡ। ਸੋ ਆ ਟਾਈਮ ਹੈਗਾ 1 ਸੈਕਿੰਡ ਦਾ ਫਰਕ। ਅਤੇ ਇੱਥੇ ਤੁਸੀਂ ਸਪੀਡ ਦੇਖੀ, ਤੁਹਾਡੀ ਸਪੀਡ ਜਿਹੜੀ ਸੂਈ ਸੀਗੀ ਉਹ 50 ਤੇ ਖੜੀ ਸੀ, 50 ਤੇ ਖੜੀ ਸੀ, 50 ਤੇ ਸੀ। ਇਹਦਾ ਮਤਲਬ ਹਰ ਇੱਕ ਸੈਕਿੰਡ ਜੇ ਅਸੀਂ ਕਿ ਨਹੀਂ ਜੀ ਅਸੀਂ ਤਾਂ ਅੱਧੇ ਸੈਕਿੰਡ ਬਾਅਦ ਦੇਖਣਾ, ਅੱਧੇ ਸੈਕਿੰਡ ਬਾਅਦ ਵੀ ਉਹ 50 ਤੇ ਸੀ, ਅੱਧੇ ਸੈਕਿੰਡ ਬਾਅਦ ਵੀ ਉਹ 50 ਤੇ ਸੀ। ਤਾਂ ਇਹੋ ਜਿਹੀ ਸਿਚੁਏਸ਼ਨ ਵਿੱਚ ਜੇ ਹੈਗੀ ਆ ਸਾਰੀ ਗੱਲ, ਤਾਂ ਇਨ ਦੈਟ ਕੇਸ ਇਟ ਇਜ਼ ਕੌਨਸਟੈਂਟ ਸਪੀਡ, ਯੂਨੀਫਾਰਮ ਸਪੀਡ। ਆ ਸੈਕਿੰਡ ਆ ਟਾਈਮ। ਸੋ ਜੇ ਹਰ ਪਲ, ਹਰ ਵੇਲੇ, ਹਰ ਸਮੇਂ, ਹਰ ਮੂਮੈਂਟ 'ਤੇ ਸਪੀਡ ਫਿਕਸ ਆ 50 ਤੇ ਹੀ ਆ, ਜਦੋਂ ਮਰਜ਼ੀ ਦੇਖ ਲਓ 50 ਹੀ ਆ, 50 ਹੀ ਆ, 50 ਹੀ ਆ, ਫਿਕਸ ਆ, ਜੋ ਵੀ ਹੈਗੀ ਆ 50 ਆ, 60 ਆ, 100 ਆ, ਫਿਕਸ ਆ, ਬਸ ਉਹ ਹਿੱਲਦੀ ਨਹੀਂ। ਉਹ ਸੂਈ ਇੱਕ ਥਾਂ 'ਤੇ ਅੜ ਗਈ ਅਤੇ ਉਨੀ ਤੇਜ਼ ਹੀ ਗੱਡੀ ਚਾਈ ਜਾਂਦੀ ਆ, ਦੈਨ ਦੈਟ ਇਜ਼ ਨੋਨ ਐਜ਼ ਯੂਨੀਫਾਰਮ ਸਪੀਡ ਔਰ ਕੌਨਸਟੈਂਟ ਸਪੀਡ। ਵੇਰੀਏਬਲ ਸਪੀਡ ਨੂੰ ਨੋਨ ਯੂਨੀਫਾਰਮ ਵੀ ਆਪਾਂ ਕਹਿ ਦਿੰਦੇ ਹਾਂ, ਨੋਨ ਯੂਨੀਫਾਰਮ ਵੀ ਇੱਕ ਸਮਾਨ ਨਹੀਂ ਹੈਗੀ, ਅਸਮਾਨ, ਨੋਨ ਯੂਨੀਫਾਰਮ। ਹੁਣ ਇੱਕ ਗੱਲ ਆ ਜਾਂਦੀ ਹੈ ਇੰਸਟੈਂਟੇਨੀਅਸ। ਇੰਸਟੈਂਟੇਨੀਅਸ ਕਿਸੇ ਖਾਸ ਇੰਸਟੈਂਟ ਦੇ ਉੱਪਰ, ਇੰਸਟੈਂਟੇਨੀਅਸ ਤਤਕਾਲ, ਉਸੇ ਵੇਲੇ, ਹੁਣੀ। ਆਪਾਂ ਕਿਹਾ ਵੀ ਆਪਾਂ ਇਹਦੀ ਮੀਟਰ ਦੀ ਫੋਟੋ ਖਿੱਚ ਲਈ, ਮੰਨ ਲਓ ਅਸੀਂ ਫੋਟੋ ਖਿੱਚ ਲਈ ਇਹਦੀ 5:10:15 'ਤੇ ਫੋਟੋ ਖਿੱਚੀ। ਜਦੋਂ ਅਸੀਂ ਇਹਦੀ ਫੋਟੋ ਖਿੱਚੀ ਅਤੇ ਸੂਈ ਜਿਹੜੀ ਸੀਗੀ ਉਹ ਮੰਨ ਲਓ 60 'ਤੇ ਸੀਗੀ, 60 ਕਿਲੋਮੀਟਰ ਪਰ ਆਵਰ 'ਤੇ। ਇਹਦਾ ਮਤਲਬ ਜੇ ਤੁਹਾਨੂੰ ਕੋਈ ਪੁੱਛੇ ਕਿ 5:10:15 'ਤੇ ਕਿੰਨੀ ਸਪੀਡ ਆ, ਤੁਸੀਂ ਕਹੋਗੇ ਕਿਉਂਕਿ ਫੋਟੋ ਹੀ ਖਿੱਚ ਲਈ, ਫੋਟੋ 'ਚ ਟਾਈਮ ਵੀ ਆ ਗਿਆ ਮੰਨ ਲਓ, ਅਤੇ ਫੋਟੋ 'ਚ ਆ ਰੀਡਿੰਗ ਵੀ ਆ ਗਈ, ਤਾਂ ਦੈਟ ਮੀਨਸ ਕਿ ਤੁਸੀਂ ਜਿਹੜਾ 5:10:15 'ਤੇ, ਸੋ ਆ 5 ਆਵਰਸ ਆ ਮਿਨਟਸ ਅਤੇ ਆਹ ਸੈਕਿੰਡਸ ਹੈਗੇ ਆ, ਅਤੇ ਉਸ ਵੇਲੇ ਜਿਹੜੀ ਸਪੀਡ ਆ ਉਹਦੀ ਸੂਈ ਇੱਦਾਂ ਹੈਗੀ ਆ। ਹੁਣ ਹੋ ਸਕਦਾ ਕਿ ਤੁਸੀਂ ਐਕਸਲਰੇਟਰ 'ਤੇ ਪੈਰ ਰੱਖਿਆ ਹੋਵੇ, ਰੇਸ ਵਧਾ ਰਹੇ ਹੋ, ਤਾਂ ਇਹਦਾ ਮਤਲਬ 5:10:16 'ਤੇ ਜੇ ਤੁਸੀਂ ਇਹਨੂੰ ਦੇਖੋ ਅਤੇ ਜਿਹੜੀ ਸੂਈ ਹੈਗੀ ਆ ਇਹ ਮੰਨ ਲਓ ਕਿ 62 'ਤੇ ਹੈਗੀ ਆ। ਇਹਦਾ ਮਤਲਬ 1 ਸੈਕਿੰਡ ਦੇ ਵਿੱਚ ਆ ਦੇਖੋ 15 ਸੈਕਿੰਡ ਅਤੇ 16 ਸੈਕਿੰਡ, ਸੋ 1 ਸੈਕਿੰਡ ਦਾ ਫਰਕ ਪਿਆ। 1 ਸੈਕਿੰਡ ਬਾਅਦ ਹੀ ਤੁਹਾਡੀ ਸਪੀਡ 2 ਕਿਲੋਮੀਟਰ ਪਰ ਆਵਰ ਦਾ ਫਰਕ ਪੈ ਗਿਆ। ਸੋ ਆਹ ਚੀਜ਼ ਨੋਟ ਕਰੋ। ਸੋ 5:10:15 'ਤੇ ਤੁਸੀਂ ਆਪਣੀ ਇਹਦੀ ਫੋਟੋ ਖਿੱਚੀ, ਉਹ ਫੋਟੋ ਦੇ ਵਿੱਚ ਟਾਈਮ ਵੀ ਆ ਜਾਂਦਾ, ਅੱਜ ਕੱਲ੍ਹ ਕੈਮਰੇ ਇੱਦਾਂ ਦੇ ਹੈਗੇ ਆ, ਸੋ ਤੁਸੀਂ ਟਾਈਮ ਨੋਟ ਕੀਤਾ, ਉਹਦੇ ਨਾਲ ਟਾਈਮ ਚੱਲ ਰਿਹਾ ਹੁੰਦਾ। ਸੂਈ 60 'ਤੇ ਸੀਗੀ, ਫਿਰ ਤੁਸੀਂ ਨਾਲ ਹੀ 5:10:16 'ਤੇ ਫੋਟੋ ਖਿੱਚੀ ਅਤੇ ਉਦੋਂ ਤੁਹਾਡੀ ਸੂਈ 62 'ਤੇ ਸੀਗੀ। ਇਹਦਾ ਮਤਲਬ 2 ਕਿਲੋਮੀਟਰ ਪਰ ਆਵਰ ਦਾ ਫਰਕ ਪੈ ਚੁੱਕਾ। ਇਹਦਾ ਮਤਲਬ ਇੰਸਟੈਂਟੇਨੀਅਸ, ਇਹਦਾ ਮਤਲਬ ਆਹ ਵਾਲੇ ਟਾਈਮ 'ਤੇ, ਆਹ ਵਾਲੇ ਪਲ, ਆਹ ਵਾਲੇ ਵੇਲੇ, ਆਹ ਵਾਲੇ ਸਮੇਂ ਦੇ, ਆਹ ਵਾਲੀ ਮੂਮੈਂਟ 'ਤੇ, ਇਸ ਇੰਸਟੈਂਟ 'ਤੇ ਜਿਹੜੀ ਸਪੀਡ ਆ ਉਹ ਇੰਨੀ ਆ, ਇਸ ਇੰਸਟੈਂਟ 'ਤੇ, ਦੇਅਰਫੋਰ ਦਿਸ ਇਜ਼ ਇੰਸਟੈਂਟੇਨੀਅਸ। ਮੰਨ ਲਓ ਹੁਣ 5:10:16 'ਤੇ ਤੁਹਾਡੀ ਸਪੀਡ 62 ਕਿਲੋਮੀਟਰ ਪਰ ਆਵਰ ਆ, ਅਤੇ ਤੁਸੀਂ ਕੀ ਕੀਤਾ, ਇੱਕਦਮ ਹੀ ਕੋਈ ਅੱਗੇ ਮੰਨ ਲਓ ਕਿ ਬੱਟਾ ਆ ਗਿਆ, ਜਾਂ ਸੇ ਖੱਡਾ ਆ ਗਿਆ, ਜਾਂ ਮੰਨ ਲਓ ਕੋਈ ਕੁੱਤਾ ਬਿੱਲੀ ਆ ਗਿਆ, ਅਤੇ ਤੁਸੀਂ ਇੱਕਦਮ ਬ੍ਰੇਕ ਲਾਤੀ। ਜਿੱਦਾਂ ਹੀ ਤੁਸੀਂ ਬ੍ਰੇਕ ਲਾਈ ਤਾਂ 5:10 'ਤੇ ਮੰਨ ਲਓ ਕਿ 20 ਸੈਕਿੰਡ ਤੱਕ ਆਪਾਂ ਜੇ ਚੱਲੀਏ, ਤਾਂ ਉਸ ਵੇਲੇ ਤੁਹਾਡੀ ਸਪੀਡ ਜਿਹੜੀ ਹੈਗੀ ਆ ਮੰਨ ਲਓ ਕਿ ਉਹ 10 ਕਿਲੋਮੀਟਰ ਪਰ ਆਵਰ ਹੈਗੀ। ਤੁਸੀਂ ਬੜੀ ਜ਼ਬਰਦਸਤ ਬ੍ਰੇਕ ਲਾਈ ਇੱਥੇ। ਇਹਦਾ ਮਤਲਬ ਕਿ ਤੁਸੀਂ 4 ਸਕਿੰਟਾਂ ਦੇ ਬਾਅਦ ਹੀ ਤੁਹਾਡੀ ਤੁਸੀਂ 16 ਸੈਕਿੰਡ ਵਾਲੀ, ਜਦੋਂ 16 ਸੈਕਿੰਡ ਹੋਏ ਸੀ ਤੁਹਾਡੀ ਜ਼ਬਰਦਸਤ ਸਪੀਡ ਸੀ 62 'ਤੇ, ਕਾਫੀ ਤੇਜ਼ ਜਾ ਰਹੇ ਸੀ ਤੁਸੀਂ, ਪਰ ਜਿੱਦਾਂ ਹੀ 4 ਸੈਕਿੰਡ ਬੀਤੇ ਮਤਲਬ ਨਾਲ ਹੀ ਤੁਸੀਂ ਇੱਕਦਮ ਹੀ ਬ੍ਰੇਕ ਲਾਤੀ, 2-3 ਸੈਕਿੰਡ ਦੇ ਵਿੱਚ ਹੀ ਗੱਡੀ ਜਿਹੜੀ ਆ ਉਹ ਜਾਮ ਹੋ ਗਈ, ਅਤੇ ਉਹ 2-3 ਸਕਿੰਟਾਂ ਬਾਅਦ ਹੀ ਗੱਡੀ ਇੱਕਦਮ 10 'ਤੇ ਆ ਗਈ, ਜਾਂ ਹੋ ਸਕਦਾ ਰੁਕ ਵੀ ਗਈ ਹੋਈ, ਆਪਾਂ ਮੰਨ ਲੈਂਦੇ ਹਾਂ ਕਿ 10 'ਤੇ ਸਪੀਡ ਆ ਗਈ, ਤੁਸੀਂ ਬ੍ਰੇਕ ਇਸ ਢੰਗ ਨਾਲ ਲਾਈ, ਸੋ ਉਹਦੀ ਸਪੀਡ ਕਾਫੀ ਘੱਟ ਗਈ। ਇਹ ਇੰਸਟੈਂਟੇਨੀਅਸ ਆ, ਇੰਸਟੈਂਟੇਨੀਅਸ ਮਤਲਬ ਇਸ ਸਮੇਂ ਵਾਲੀ ਸਪੀਡ ਆ, ਇਸ ਸਮੇਂ ਵਾਲੀ ਐਗਜ਼ੈਕਟਲੀ 5:10:20 ਦੇ ਉੱਪਰ ਤੁਹਾਡੀ ਇੰਨੀ ਸਪੀਡ ਆ ਸੂਈ ਦੇ ਉੱਤੇ, ਤੁਸੀਂ ਉਹਦੀ ਫੋਟੋ ਖਿੱਚੀ ਆ, ਉਹਦੇ 'ਚ ਇੰਨੀ ਸਪੀਡ ਦਿਖਾ ਰਹੀ ਆ ਉਹ। ਸੋ ਇਹ ਇੰਸਟੈਂਟੇਨੀਅਸ ਆ, ਦਿਸ ਇਜ਼ ਇੰਸਟੈਂਟੇਨੀਅਸ,
टेनियस, ठीक है, इंस्टैंटेनियस। सो इंस्टैंटेनियस स्पीड आ ये तत्काल, मेरे ख्याल गल समझ लग गई होनी आ। इंस्टैंटेनियस स्पीड का की मतलब आ, इंस्टैंटेनियस स्पीड वो होंदी आ जदों टाइम का फर्क जिहड़ा आ वो टेंड्स टू 0 हुंदा आ। जो टाइम का जोड़ा फर्क आ वो आ डेल्टा टी टाइम जोड़ा वा मतलब टाइम च फर्क ही नहीं पैन दिता, मतलब आप T2 माइनस T1 जोड़ा हैगा दैट इज़ इक्वल टू डेल्टा टी टेंड्स टू 0। जोड़ा फर्क आ समियां दा, हुण तुसीं देखो ना 15 ते 16, मैं कहना 15 के उपर ही मैं कह रहा 60, मैं 15 तो बाद कह ही नहीं रहा, 15-16 ਦੇ ਵਿੱਚ ਤਾਂ ਫਿਰ 2 ਕਿਲੋਮੀਟਰ ਦਾ ਫਰਕ ਆ। ਆਪਾਂ ਸਿੱਧਾ ਹੀ 15 ਤੇ ਕਹਿ ਰਹੇ, ਮੀਨਸ ਟਾਈਮ ਬੀਤਣ ਨਹੀਂ ਦੇ ਰਹੇ ਆਪਾਂ। T1 ਵੀ ਸਾਡਾ 15 ਹੀ ਆ, T2 ਵੀ 15 ਹੀ ਆ। ਇਹਦਾ ਮਤਲਬ ਕਿ ਟਾਈਮ ਜਿਹੜਾ ਹੈਗਾ ਟਾਈਮ ਦਾ ਕੋਈ ਫਰਕ ਨਹੀਂ ਹੈਗਾ, ਤਾਂ ਉਸ ਵੇਲੇ ਜਿਹੜੀ ਸਪੀਡ ਆ ਦੈਟ ਇਜ਼ ਯੋਰ ਇੰਸਟੈਂਟੇਨੀਅਸ ਸਪੀਡ। ਸੋ ਯੂਨੀਫਾਰਮ ਸਪੀਡ ਕੀ ਸੀ, ਜਦੋਂ ਸਾਰੀ ਸਪੀਡ ਕੌਨਸਟੈਂਟ ਰਹਿੰਦੀ ਆ, ਉਹ ਬਦਲਦੀ ਹੋਈ ਨਹੀਂ ਹੈਗੀ, ਉਹ ਕੌਨਸਟੈਂਟ ਸਪੀਡ ਹੁੰਦੀ ਆ। ਜਦੋਂ ਤੁਹਾਡੀ ਸਪੀਡ ਜਿਹੜੀ ਆ ਉਸ ਕਿਸੇ ਖਾਸ ਸੈਕਿੰਡ 'ਤੇ ਅਸੀਂ ਨੋਟ ਕਰ ਲਈ, ਉਹ ਤੁਹਾਡੀ ਇੰਸਟੈਂਟੇਨੀਅਸ ਸਪੀਡ ਹੁੰਦੀ ਆ। ਯੂਨੀਫਾਰਮ ਸਪੀਡ ਹੋ ਗਈ, ਵੇਰੀਏਬਲ ਸਪੀਡ ਹੋ ਗਈ, ਇੰਸਟੈਂਟੇਨੀਅਸ ਸਪੀਡ ਹੋ ਗਈ। ਸੋ ਇਸ ਤਰ੍ਹਾਂ ਇਹੀ ਸੇਮ ਗੱਲਾਂ ਸਾਰੀਆਂ ਵੈਲੋਸਿਟੀ ਦੇ ਵਿੱਚ ਵੀ ਲੱਗਣਗੀਆਂ। ਤੁਹਾਡੇ ਕੋਲ ਯੂਨੀਫਾਰਮ ਵੈਲੋਸਿਟੀ ਹੋਏਗੀ, ਤੁਹਾਡੇ ਕੋਲ ਨੋਨ ਯੂਨੀਫਾਰਮ ਵੈਲੋਸਿਟੀ ਹੋਏਗੀ, ਤੁਹਾਡੇ ਕੋਲ ਇੰਸਟੈਂਟੇਨੀਅਸ ਜਿਹੜੀ ਆ ਵੈਲੋਸਿਟੀ ਵੀ ਹੋ ਸਕਦੀ ਆ। ਸੋ ਮੇਰੇ ਖਿਆਲ ਇਹ ਗੱਲ ਤੁਹਾਨੂੰ ਸਮਝ ਲੱਗ ਗਈ। ਸੋ ਇਹਦੇ ਵਿੱਚ ਜਦੋਂ ਯੂਨੀਫਾਰਮ ਵੈਲੋਸਿਟੀ ਹੋਏਗੀ, ਹੁਣ ਆ ਗੱਲ ਆਹ ਵਾਲੇ ਟੇਬਲ 'ਤੇ ਲੱਗਣੀ ਆ, ਆਹ ਵਾਲੇ ਗੱਲ ਜਦੋਂ ਕਿ ਤੁਹਾਡੀ ਸਪੀਡ ਯੂਨੀਫਾਰਮ ਆ। ਯੂਨੀਫਾਰਮ ਸਪੀਡ ਦਾ ਮਤਲਬ ਕਿ ਇਸ ਤੋਂ ਪਹਿਲੋਂ ਤੁਹਾਡੀ ਸਪੀਡ ਵੱਧ ਰਹੀ ਸੀ, ਇੱਥੇ ਤੁਹਾਡੀ ਆ ਕੇ ਕੌਨਸਟੈਂਟ ਹੋ ਗਈ, ਇੱਥੇ ਇਨਕਰੀਜ਼ਿੰਗ ਸਪੀਡ ਆ। ਸੋ ਸਪੀਡ ਇਜ਼ ਇਨਕਰੀਜ਼ਿੰਗ, ਦੈਨ ਸਪੀਡ ਇਜ਼ ਕੌਨਸਟੈਂਟ, ਸੋ ਕੌਨਸਟੈਂਟ ਸਪੀਡ, ਦੈਨ ਇਟ ਮੇ ਬੀ ਡਿਕਰੀਜ਼ਿੰਗ। ਆਹ ਵਾਲਾ ਜਿਹੜਾ ਚੀਜ਼ ਆ ਨਾ ਜਿੱਥੇ ਸਪੀਡ ਕੌਨਸਟੈਂਟ ਆ, ਸਪੀਡ ਕੌਨਸਟੈਂਟ, ਇਹਦਾ ਮਤਲਬ ਉਸ ਵੇਲੇ ਹਰ ਇੱਕ ਸੈਕਿੰਡ ਦੇ ਵਿੱਚ ਆਹ ਵਾਲੀ ਚੀਜ਼ ਜਿਹੜੀ ਹੈਗੀ ਆ, ਹਰ ਇੱਕ ਅੱਧੇ ਸੈਕਿੰਡ ਜਾਂ ਉਸ ਤੋਂ ਵੀ ਘੱਟ ਸਮੇਂ ਦੇ ਵਿੱਚ ਤੁਹਾਡੀ ਸਪੀਡ 50 ਹੀ ਆ। ਇੱਥੇ ਤੁਹਾਡੀ ਯੂਨੀਫਾਰਮ ਸਪੀਡ ਕਿੰਨੀ ਆ, 50। ਤੁਹਾਡੀ ਇੰਸਟੈਂਟੇਨੀਅਸ ਸਪੀਡ ਵੀ ਕਿੰਨੀ ਆ, 50। ਕਿਸੇ ਵੀ ਸਮੇਂ 'ਤੇ ਤੁਸੀਂ ਦੇਖ ਸਕਦੇ ਹੋ ਹਰ ਵੇਲੇ ਤੁਹਾਡਾ ਆਨਸਰ 50 ਹੀ ਆਏਗਾ। ਯੂਨੀਫਾਰਮ ਆ ਇਸ ਕਰਕੇ 50 ਹੈਗਾ ਹੀ ਆ। ਸੋ ਜਦੋਂ ਜਿਹੜੀ ਸਪੀਡ ਆ ਉਹ ਕੌਨਸਟੈਂਟ ਹੋ ਗਈ, ਉਦੋਂ ਟਾਈਮ ਜਿਹੜਾ ਹੈਗਾ ਡੈਲਟਾ ਟੀ ਟੈਂਡਸ ਟੂ 0 ਹੋਣ 'ਤੇ ਵੀ ਜਿਹੜੀ ਸਪੀਡ ਆ ਉਹਦੀ ਵੈਲਿਊ ਕੌਨਸਟੈਂਟ ਹੀ ਰਹਿਣੀ ਆ, ਦੈਟ ਵਿਲ ਰਿਮੇਨ ਕੌਨਸਟੈਂਟ। ਹੁਣ ਇਹ ਵਾਲੀ ਸਾਰੀ ਗੱਲਬਾਤ ਦੇ ਵਿੱਚ ਜਦੋਂ ਸਪੀਡ ਕੌਨਸਟੈਂਟ ਆ, ਮਤਲਬ ਆਪਾਂ ਆਹ ਵਾਲੇ ਰੀਜਨ ਵਿੱਚ ਹੈਗੇ ਆ, ਜਦੋਂ ਕਿ ਸਾਡੀ ਸਪੀਡ ਅੱਧਾ ਪੌਣਾ ਘੰਟਾ ਬਿਲਕੁਲ ਨਾ ਅਸੀਂ ਬ੍ਰੇਕ ਲਾਈ ਨਾ ਨੂੰ ਐਕਸਲਰੇਟ ਕੀਤਾ, ਕੌਨਸਟੈਂਟ ਸਪੀਡ ਨਾਲ ਅਸੀਂ ਚੱਲ ਰਹੇ ਸੀ। ਇਹਦਾ ਮਤਲਬ ਆ ਕਿ ਉਸ ਵੇਲੇ ਮੰਨ ਲਓ ਤੁਸੀਂ ਇੱਕ ਪੁਆਇੰਟ A ਤੋਂ B ਪੁਆਇੰਟ ਤੱਕ ਜਾ ਰਹੇ ਹੋ, ਠੀਕ ਆ, A ਪੁਆਇੰਟ ਤੋਂ B ਪੁਆਇੰਟ ਤੱਕ ਜਾ ਰਹੇ ਹੋ, ਤਾਂ ਇਹਦੇ ਵਿੱਚ ਤੁਸੀਂ ਜਦੋਂ ਇੱਥੋਂ ਲੈ ਕੇ ਇੱਥੇ ਤੱਕ ਮੰਨ ਲਓ S ਦੂਰੀ ਤੈਅ ਕੀਤੀ, ਆਹ ਵਾਲੀ ਦੂਰੀ ਜਿਹੜੀ ਆ, ਆਹ ਮੰਨ ਲਓ C ਤੇ D ਵਾਲੀ, ਇਹਨੂੰ ਤੁਹਾਨੂੰ ਕੋਈ T ਟਾਈਮ ਲੱਗਿਆ ਹੋਣਾ, ਮੰਨ ਲਓ T1 ਟਾਈਮ ਤੇ ਇੱਥੇ T2 ਟਾਈਮ ਆ, ਇੱਥੇ ਮੰਨ ਲਓ X1 ਆ, ਇੱਥੇ X2 ਪੋਜੀਸ਼ਨ ਆ। ਇਹਦਾ ਮਤਲਬ ਫਿਰ ਜੇ ਆਪਾਂ ਇਹਨੂੰ ਪ੍ਰੋਪਰਲੀ ਲਿਖ ਲਈਏ, ਡੈਲਟਾ X ਲਿਖਾਂਗੇ। ਸੋ ਡੈਲਟਾ X ਵਿਲ ਬੀ ਇਕੁਅਲ ਟੂ X2 ਮਾਈਨਸ X1 ਐਂਡ ਡੈਲਟਾ T ਵਿਲ ਬੀ T2 ਮਾਈਨਸ T1। ਸੋ ਜਿਹੜੀ ਡਿਸਪਲੇਸਮੈਂਟ ਹੁੰਦੀ ਆ ਉਹਨੂੰ ਆਪਾਂ S ਨਾਲ ਲਿਖਦੇ ਹੁੰਦੇ ਆ। ਸੋ ਦੇਅਰਫੋਰ ਆਪਾਂ ਫਿਲਹਾਲ ਇਹਨੂੰ ਡੈਲਟਾ X ਨਾਲ ਹੀ ਲਿਖ ਲੈਂਦੇ ਹਾਂ। ਤਾਂ ਅਸੀਂ ਕੀ ਦੇਖਦੇ ਹਾਂ ਕਿ ਜਿਹੜੀ ਸਪੀਡ ਦੀ ਵੈਲਿਊ ਆਏਗੀ ਆਪਣੇ ਕੋਲ ਡੈਲਟਾ X ਬਾਈ ਡੈਲਟਾ T ਆਏਗੀ। ਸੋ ਇਟ ਵਿਲ ਬੀ ਡੈਲਟਾ X ਬਾਈ ਡੈਲਟਾ T। ਸੋ ਐਂਡ ਇਟ ਵਿਲ ਬੀ ਏ ਕੌਨਸਟੈਂਟ, ਅਤੇ ਇਹ ਕੌਨਸਟੈਂਟ ਹੀ ਆ ਰਹੀ ਆ, ਆਪਾਂ ਇਸ ਰੀਜਨ 'ਚ ਹੀ ਹਾਂ ਜਿੱਥੇ ਕਿ 50 ਦੇ ਕਰੀਬ ਹੈ ਸੀ। ਸੋ ਦੇਅਰਫੋਰ ਆਈ ਥਿੰਕ ਨਾਓ ਯੂ ਆਰ ਵੈਰੀ ਮਚ ਅਵੇਅਰ ਆਫ ਦਿਸ ਹੋਲ ਥਿੰਗ। ਥੈਂਕ ਯੂ।